Subscribe now and press the bell icon. Never miss an update. ਬਾਬਾ ਜੀ ਮੇਰਾ ਨਾ ਇੱਕ ਪ੍ਰਸ਼ਨ ਹੈ ਵੀ ਲੋਕ ਕਹਿੰਦੇ ਆ ਵੀ ਹਿੰਜੜਿਆਂ ਨੂੰ ਕੁਛ ਨਾ ਕਹੋ। ਜੇ ਹਿੰਜੜਿਆਂ ਨੂੰ ਕੁਛ ਕਹਿਤਾ ਤੇ ਉਹਨੇ ਬਦਦੁਆ ਦੇਤੀ ਤੇ ਫਿਰ ਮਤਲਬ ਤੁਹਾਡਾ ਬਹੁਤ ਬੁਰਾ ਹੋਏਗਾ, ਤੁਹਾਡੇ ਨਾਲ ਉਹ ਬਦਦੁਆ ਲੱਗ ਜਾਂਦੀ ਹੈ। ਇਹ ਇੱਕ ਧਾਰਨਾ ਕਿੱਥੋਂ ਤੱਕ ਸਹੀ ਹੈ? ਸਵਾਲ ਥੋੜਾ ਜਿਹਾ ਸ਼ਾਰਟ ਪੁੱਛਿਆ। ਹਾਂਜੀ ਜਿਹੜੇ ਨੂੰ ਨਾ ਕੁਛ ਕਹਿ ਦਿਓ। ਹਾਂਜੀ ਵੀ ਇਹੀ ਸਵਾਲ ਨਾ ਪੁੱਛੋ। ਹਿਜੜਾਂ ਕੋਲੇ ਹਾਂਜੀ ਈਸ਼ਵਰ ਨੇ ਵਿਅਕਤੀ ਇਸਤਰੀ ਪੁਰਸ਼ ਨੂੰ ਸੰਸਾਰ ਦੇ ਵਿੱਚ ਅਗਰ ਆਨੰਦ ਦੀ ਰਸ ਲੈਣ ਦਾ ਕੋਈ ਸਾਧਨ ਦਿੱਤਾ ਹੈ, ਹਾਂਜੀ ਧਿਆਨ ਨਾਲ ਸੁਣੋ। ਠੀਕ ਹੈ ਜੀ। ਤੇ ਉਹ ਆਪਣੇ ਗੁਪਤ ਇੰਦਰੀਆਂ ਦਿੱਤੀ। ਠੀਕ ਹੈ ਜੀ। ਇਹੀ ਕਾਰਨ ਹੈ ਹਾਂਜੀ ਕਿ ਤੁਸੀਂ ਹਰ ਚੀਜ਼ ਤੋਂ ਬਿਨਾਂ ਰਹਿ ਜਾਂਦੇ ਹੋ। ਹਾਂਜੀ ਸੰਭੋਗ ਤੋਂ ਬਿਨਾਂ ਨਹੀਂ ਰਹਿ ਸਕਦੇ। ਠੀਕ ਹੈ ਜੀ। ਕੋਈ ਕਿੰਨਾ ਹੀ ਕਹਿੰਦਾ ਰਹੇ ਹਾਂਜੀ ਵੀ ਮੈਂ ਸੰਭੋਗ ਤੋਂ ਬਿਨਾਂ ਰਹਿ ਜਾਊਂਗਾ, ਹਾਂਜੀ ਕਾਂਟਾ ਮਾਰ ਦਿਓ, ਝੂਠ ਬੋਲ ਰਿਹਾ, ਠੀਕ ਹੈ बकवास कर रहे। ऐसा कोई प्रोसेस नहीं ਹਾਂਜੀ ਜਿਹੜਾ ਕਿ ਆਦਮੀ ब्रह्मचारी रह ले समाधि पाण तो बिना। ਠੀਕ ਹੈ ਜੀ। ਅਗਰ ਤੁਸੀਂ ਰੋਗ ਕੱਟਣਾ ਹੀ ਹੈ ਹਾਂਜੀ ਤਾਂ ਤੁਹਾਨੂੰ ਸਮਾਧੀ ਦੇ ਵਿੱਚ ਜਾਣਾ ਪਊਗਾ। ਐਨਲਾਈਟਮੈਂਟ ਇਜ਼ ਮਸਟ। ਠੀਕ ਹੈ ਫਿਰ ਕਟੂਆ ਰੋਗ। ਇਹਨੂੰ ਤੁਸੀਂ ਬ੍ਰਹਮਚਾਰੀ ਕਰੋ। ਹਨੂੰਮਾਨ ਜੀ ਬ੍ਰਹਮਚਾਰੀ ਹੈ। ਅਗਰ ਹਾਂਜੀ he must be enlightened person। ਠੀਕ ਹੈ ਜੀ। अगर हनुमान जी ब्रह्मचारी है तो एनलाइटेंड ही है, बस ऐसी न मान के चलो। ठीक है जी। अगर शंकर जी ब्रह्मचारी है तो वो भी एनलाइटेंड होनी चाहिए। बस ये तुसी परिभाषा के रूप से रखो। ठीक है जी। पर ब्रह्मचर्य का अर्थ ये नहीं होता कि वो संभोग नहीं करता। इत्थे थोड़ी सारी दुनिया उलझी पई है। इस काम दे विच सारी दुनिया उलझी पई है। ठीक है। ब्रह्मचारी वो हुंदा है जिहड़ा स्वाद दे वास्ते, आनंद दे वास्ते संभोग नहीं करता। ठीक है। संभोग दे विच जिहड़ा द्रव्य निकलदा है, हाँ जी, वो किस काम आंदा है? न्यू लाइफ पैदा करने दे काम आंदा है। हाँ जी, संतति बढ़ाने दे काम आंदा है। हाँ जी। ईश्वर पागल थोड़े ही है, नहीं तो वही तरल निकल जाता। बस तरवाना था आएगा। लेकिन वो जिहड़ी चीज निकलती है तुहाडे शरीर चों वीर रूप बाहर होके निकलदा है, ਉਹਦੇ ਵਿੱਚ ਇੱਕ ਜੀਵਨ ਪੈਦਾ ਕਰਨ ਦੀ क्षमता ਹੁੰਦੀ ਹੈ ਇੱਕ ਇੱਕ ਸਪਰਮ ਦੇ ਅੰਦਰ। ਠੀਕ ਹੈ। ਲੱਖਾਂ ਕਰੋੜਾਂ ਦੀ ਗਿਣਤੀ ਚ ਤੁਸੀਂ ਆਪਦੇ ਹੀ ਬੱਚੇ ਰੋਜ਼ ਮਾਰ ਦਿੰਦੇ ਹੋ। ਸਵਾਦ ਲੈਣ ਦੇ ਵਾਸਤੇ। ਅਗਰ ਉਹੀ ਜਨਮ ਲੈ ਲੈਣ ਤੁਸੀਂ ਉਹਨਾਂ ਨੂੰ ਮਾਰ ਸਕੋਗੇ? ਨਹੀਂ। ਇਹ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ। ਮੈਨੂੰ ਕੋਈ ਜਨਮ ਨਹੀਂ ਮਿਲਿਆ। ਹਾਂਜੀ। ਮੈਨੂੰ ਉਹ ਕਹਿਣ ਲੱਗੇ ਵੀ ਅਸੀਂ 84 ਚ ਹਾਂਜੀ ਬਾਹਰ ਨਹੀਂ ਨਿਕਲਦੇ। 84 ਮਤਲਬ ਜਦੋਂ ਬਾਰਿਸ਼ ਹੁੰਦੀ ਹੈ ਉਦੋਂ 4 ਮਹੀਨੇ
ਅੱਛਾ ਠੀਕ ਹੈ ਜੀ। ਮੈਂ ਕਿਹਾ ਜੀ ਕਿਉਂ? ਹਾਂਜੀ ਕਹਿੰਦਾ ਉਸ ਵੇਲੇ ਕੀੜੇ ਮਕੌੜੇ ਜਾਨਵਰ ਧਰਤੀ ਤੇ ਨਿਕਲਦੇ ਆ, ਸਾਡੇ ਪੈਰਾਂ ਦੇ ਨੀਚੇ ਆ ਜਾਂਦੇ ਆ। ਠੀਕ ਹੈ ਜੀ। ਤੇ ਜੀਵ ਹੱਤਿਆ ਹੁੰਦੀ ਹੈ। ਸਾਡਾ ਜਿਹੜਾ ਧਰਮ ਅਹਿੰਸੋ ਪਰਮੋ ਧਰਮ, ਹਾਂਜੀ ਅਹਿੰਸਾ ਜਿਹੜੀ ਹੈ ਉਹ ਸਭ ਤੋਂ ਵੱਡਾ ਧਰਮ ਹੈ। ਹਿੰਸਾ ਨਾ ਕਰੋ। ਠੀਕ ਹੈ। ਬਾਹਰ ਨਿਕਲਦੇ ਆ ਤਾਂ ਕੋਈ ਨਾ ਕੋਈ ਕੀੜਾ ਹੇਠਾਂ ਆ ਜਾਊਗਾ, ਕੋਈ ਜਾਨਵਰ ਹੇਠਾਂ ਆ ਜਾਊਗਾ, ਮਰ ਜਾਊਗਾ। ਔਰ ਬਹੁਤਾਇਤ ਹੁੰਦੀ ਹੈ ਚਮਾਸੇ। ਠੀਕ ਹੈ ਜੀ। ਮੈਂ ਕਿਹਾ ਜੀ ਤੁਸੀਂ ਐਂ ਦੱਸੋ ਹਾਂਜੀ ਵੀ ਤੁਸੀਂ ਚਮਾਸੇ ਤੋਂ ਬਿਨਾਂ ਜਦੋਂ ਬਾਹਰ ਨਿਕਲਦੇ ਹੋ, ਹਾਂਜੀ ਜੀਵ ਜੰਤੂ ਤਾਂ ਉਦੋਂ ਵੀ ਮਾਰੇ ਜਾਂਦੇ ਤੁਹਾਡੇ ਪੈਰ ਦੇ ਨੀਚੇ ਆ ਕੇ। ਠੀਕ ਹੈ ਵੀ ਤੁਹਾਨੂੰ ਦਿਸਦੇ ਨਹੀਂ, ਉਹ ਇੰਨੇ ਛੋਟੇ ਹੁੰਦੇ। ਹਾਂਜੀ ਮਾਈਕਰੋ ਆਰਗੇਨਿਜ਼ਮਸ ਹੁੰਦੇ, ਉਹ ਤੁਹਾਨੂੰ ਦਿਸਦਾ ਨਹੀਂ। ਬਸ ਇੰਨੇ ਫਰਕ ਪੈਂਦਾ ਨਾ ਵੀ ਤੁਹਾਡੇ ਮਨ ਨੂੰ ਤ੍ਰਿਪਤੀ ਹੁੰਦੀ ਹੈ ਵੀ ਅਸੀਂ ਕੋਈ ਜੀਵ ਹੱਤਿਆ ਨਹੀਂ ਕੀਤੀ। ਠੀਕ ਹੈ। ਤੁਹਾਨੂੰ ਪਤਾ ਵੀ ਆਪਾਂ ਜਦੋਂ ਬੋਲਦੇ ਹਾਂ ਉਦੋਂ ਆਪਣੀ ਜੀਭ ਇੰਨੀ ਭਾਰੀ ਹੁੰਦੀ ਹੈ ਕੁਛ ਜੰਤੂਆਂ ਵਾਸਤੇ ਵੀ ਆਪਾਂ ਉੱਪਰ ਨੀਚੇ ਜਦੋਂ ਬੋਲਦੇ ਹਾਂ, ਜੀਭ ਉੱਪਰ ਨੀਚੇ ਜਾਂਦੀ ਹੈ, ਉਹ ਪਹਾੜ ਵਾਂਗੂ ਡਿੱਗਦੀ ਹੈ ਉਹਨਾਂ ਤੇ, ਔਰ ਉਹ ਬੈਕਟੀਰੀਆ ਮਾਰੇ ਜਾਂਦੇ ਆ। ਪਰ ਤੁਹਾਨੂੰ ਪਤਾ ਨਹੀਂ ਲੱਗਦਾ ਉਹਦਾ। ਬੰਨੇ ਜਾਓ ਮੂੰਹ ਤੇ ਪੱਟੀ, ਕੀ ਫਰਕ ਪੈਂਦਾ? ਉਹ ਛੋਟੇ ਹੀ ਇੰਨੇ ਹੁੰਦੇ ਵੀ ਤੁਹਾਨੂੰ ਪਤਾ ਨਹੀਂ ਲੱਗਦਾ। ਬਸ ਸੋ ਅਗਰ ਤੁਹਾਡੀ ਅਹਿੰਸਾ ਨੂੰ ਆਪਾਂ ਬਹੁਤ ਸ਼ਾਰਟ ਰੂਪ ਨਾਲ ਵੇਖੀਏ ਤੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਦਿਸਦਾ ਹੈ ਉਹਨੂੰ ਨਾ ਮਾਰੋ। ਬਸ ਇੱਥੋਂ ਤੱਕ ਸੀਮਿਤ ਹੈ। ਜਿਹੜਾ ਨਹੀਂ ਦਿਸਦਾ ਉਹ ਮਰ ਜੇ ਤਾਂ ਤੁਹਾਨੂੰ ਪਤਾ ਹੀ ਨਹੀਂ। ਬਸ ਠੀਕ ਹੈ। ਤੁਹਾਡੇ ਪੈਰ ਦੇ ਨੀਚੇ ਆ ਕੇ ਬਹੁਤ ਮਰਦੇ। ਠੀਕ ਹੈ। ਉਹ ਕਹਿੰਦੇ ਵੀ ਅਸੀਂ ਬੱਸ ਨਹੀਂ ਚੜਦੇ, ਅਸੀਂ ਕੋਈ ਵਾਹਨ ਨਹੀਂ ਪਕੜਦੇ। ਕਿਉਂ? ਕਹਿੰਦੇ ਵਾਹਨ ਦੇ ਨੀਚੇ ਆ ਕੇ ਹਾਂਜੀ ਬਹੁਤ ਜੰਤੂ ਮਰ ਜਾਂਦੇ, ਉਹਦਾ ਪਾਪ ਲੱਗਦਾ ਸਨ। ਅਸੀਂ ਪੈਦਲ ਚੱਲ ਕੇ ਉਹਨਾਂ ਨੂੰ ਬਚਾ ਸਕਦੇ ਹਾਂ। ਮੈਂ ਕਿਹਾ ਬਿਲਕੁਲ ਠੀਕ ਹੈ, ਲੇਕਿਨ ਉਸ ਬੱਸ 'ਚ ਤਾਂ ਬੈਠ ਸਕਦੇ ਹੋ ਜਿਹਦੇ ਵਿੱਚ ਜਗ੍ਹਾ ਹੋਵੇ ਬੈਠਣ ਦੀ। ਤੁਹਾਡੇ ਇੱਕ ਸਰੀਰ ਦੇ ਭਾਰ ਘਟਣ ਨਾਲ ਤਾਂ ਉਹ ਜੰਤੂ ਨਹੀਂ ਬਚਣੇ। ਇਹ ਕੋਈ ਲਿਖਿਆ ਹੋਇਆ ਹੈ ਕਿ ਇਹ 1500 ਕੁਇੰਟਲ ਹੀ ਹੋਊਗਾ ਤਾਂ ਨਹੀਂ ਮਰਨੇ। ਜੇ 1570 ਕੁਇੰਟਲ ਹੋਊਗਾ ਫਿਰ ਮਰ ਜਾਣਗੇ। ਠੀਕ ਹੈ ਠੀਕ ਹੈ। ਜਦੋਂ ਜਗ੍ਹਾ ਹੈ ਉਹਦੇ ਚ 50 ਸੀਟਡ ਬੱਸ ਹੈ, 40 ਬੰਦੇ ਬੈਠੇ, 10 ਜਨ ਨਹੀਂ ਬੈਠ ਸਕਦੇ ਹੋ। ਕੀ ਪ੍ਰੋਬਲਮ ਹੈ? ਹਾਂਜੀ 40 ਦਾ ਭਾਰ ਹੀ ਇੰਨਾ। ਪਹਿਲੀ ਗੱਲ ਤਾਂ ਬੱਸ ਦਾ ਭਾਰ ਹੀ ਇੰਨਾ ਵੀ ਉਹ ਛੱਡਦੀ ਹੈ ਜਾਨਵਰਾਂ ਨੂੰ। ਉਹਦੇ ਟਾਇਰ ਦੇ ਨੀਚੇ ਆ ਕੇ ਪਤਾ ਨਹੀਂ ਕਿੰਨੇ ਕੁ ਮਰਦੇ। ਔਰ ਕਮ ਸੇ ਕਮ ਤੁਹਾਡੇ ਨਾ ਬੈਠਣ ਨਾਲ ਤਾਂ ਉਹ ਨਹੀਂ ਵੱਜਦੇ। ਮੈਂ ਤੁਹਾਨੂੰ ਦੱਸ ਦਿੰਦਾ। ਬਿਲਕੁਲ ਤੁਸੀਂ ਬੈਠ ਸਕਦੇ ਹੋ, ਬੜੇ ਆਰਾਮ ਨਾਲ ਬੈਠ ਸਕਦੇ। ਬਲਕਿ ਤੁਹਾਨੂੰ ਇੰਨਾ ਵੀ ਦੱਸ ਦਿੰਦਾ ਵੀ ਉਹ ਤਾਂ ਜਿਹੜੇ ਮਰਨੇ ਹੀ ਹੈ, ਪਰ ਤੁਸੀਂ ਪੈਦਲ ਚੱਲ ਕੇ ਜਿਹੜੇ ਮਾਰ ਦਿੰਦੇ ਹੋ ਫਾਲਤੂ ਮਾਰ ਦਿੰਦੇ ਹੋ, ਐਕਸਟਰਾ ਮਾਰ ਦਿੰਦੇ ਹੋ। ਸਹੀ ਹੈ। ਕਿਉਂਕਿ ਤੁਸੀਂ ਅੱਡ ਚੱਲੋਗੇ, ਅੱਡ ਪਾਥ ਚੱਲੋਗੇ, ਹਾਂਜੀ ਉਹ ਤੁਸੀਂ ਅੱਡ ਮਾਰੋਗੇ। ਬੱਸ ਦੇ ਵਿੱਚ ਤਾਂ ਸਾਂਝੇ ਮਾਰੋਗੇ ਨਾ ਤੁਸੀਂ, ਔਰ ਉਹ ਮਰਨੀ ਹੈ। ਠੀਕ ਹੈ। तो फिर जे बस भरी भी हुई है तो उसमें भी बह जाओगे तो की खास गल है, खड़े भी होके चले जाओगे तो की खास गल है, ऊपर छत पे भी बैठ के चले जाओगे तो की खास गल है। उन्ना नहीं मरना ही है।
बकरे की माँ कब तक खैर मनाएगी। वो बेचारे ने तो बसते नाल ही मर जाने। हाँ जी। कीड़े दी की औकात हुंदी है। ठीक है। ऐसे बैक्टीरिया है ਜਿਹੜੇ ਆਪਣੀ ਸਾਹ ਦੀ ਗਰਮੀ ਨਾਲ ਹੀ ਮਰ ਜਾਂਦੇ। ਆਪਾਂ ਸਾਹ ਤਾਂ ਲੈਣੇ ਪਊਗਾ ਨਾ ਆਪਾਂ ਨੂੰ। हाँ जी। हाँ ਸਾਹ ਦੇ ਜਦੋਂ ਆਪਾਂ ਲੈਂਦੇ ਹਾਂ ਛੱਡਦੇ ਹਾਂ ਇੰਨੀ ਗਰਮ ਹਵਾ ਉਹਨਾਂ ਦੇ ਟੈਂਪਰੇਚਰ ਨੂੰ ਝੱਲ ਹੀ ਨਹੀਂ ਸਕਦੀ। ਉਹ ਬੈਕਟੀਰੀਆ ਮਰ ਜਾਂਦੇ। ठीक है। ਸਾਹ ਲੈਣਾ ਬੰਦ ਕਰੋਗੇ, बोलना बंद करोगे, ठीक है। चलना फिरना बंद करोगे। भगवान महावीर ने क्या सी, सूरज अस्त होने तो बाद खाना नहीं। वो कारण से वो लाइट नहीं होंदी सी, कीड़े मकोड़े आके डिग पैंदे। कोई जीवन तो हुंदा होवे तैनूं पता ना लगदा, तुसीं खा जांदे नेरे च। ठीक है। हुण तां लाइट इन्नी है भी सूरज दे विच लाइट घट हुंदी है, तुहाडी लाइट फालतू हुंदी है। बहुत कुछ साफ दिसदा है लाइट विच। जे कोई चीज डिगूगी तुसीं उहनूं जिउंदे नूं कट सकदे हो सब्जी। ठीक है। हुण वो फार्मूला जिहड़ा है हुण कम नहीं आना। हुण तां तुसीं रात नूं खा सकदे हो, अद्धी रात भी खा सकदे हो। ठीक है। हुण मैं मेन सवाल पे आ जाऊं। हाँ जी। भी हिजड़ा नूं हाँ जी। कुछ गलत नहीं करना चाहिए, उनका मन नहीं दुखना चाहिए। एक तो कारण सी भी उन्होंने कोले बेचारे कोले सुख लैण दा सब तो वड्डा साधन है नहीं। दुखी इंसान है, पहले ही दुखी है। ठीक है। कहने का अर्थ है नहीं सी भी हिजड़न दे मन ना दिखाओ। कहने का अर्थ ये सी अगर तुसी वाइड स्पैक्ट्रम में जाओगे भी दुखी व्यक्ति नूं होर दुखी ना करो, दुखी व्यक्ति नूं ना सताओ। जिवें विधवा औरत है जिसके सिर ते ताज नहीं रहा, अनाथ बच्चा है जिसके सिर ते बाप नहीं रहा, और भी ऐसे कुछ केस है। भूखा व्यक्ति है, लाचार व्यक्ति है, हाँ जिसका कोई सहारा नहीं। ठीक है। अगर तुम उन्हें सताओगे तो एक्सेस हो जाएगा। वो ऑलरेडी ट्रबल दे विच है। ठीक है। जो एक पेशेंट है उन तुसी सताओगे, पहले ही वो बीमारी दसता है। ठीक है। एक तुसी कहानी पढ़ी होनी बचपन च, फ्लोरेंस नाइटिंगेल। शायद उन्हें पता होवे ना पता होवे, वो हस्पताल में जाके सेवा करते होंगे सी, लड़की सी छोटी सी। ठीक है। लेकिन उसका कारण है तुसी हस्पताल में सेवा करोगे। आज भी ईसाई लोग हस्पताल में सेवा करते हैं, उसके पीछे एक कारण है। हस्पताल चो बंदा आऊगा जिहड़ा दुखी है, शरीर मानसिक रूप में दुखी है। ठीक है। उसमें अगर तुसी कोई एड दोगे तो दी आत्मा तो दुआवां दोगे। ठीक है। उसके अंदर कोई घाट है, जिवें हिजड़े के अंदर घाट है, उवें पेशेंट के अंदर भी कोई घाट है, दुखी हो किसी गल। ठीक है। सो इस नूं सीमित रूप नाल लेके ना चलो कि कला तुसी अगर हिजड़ा दा ही मन दुखाओगे। नहीं, तुसी किसी भी दुखी का मन दुखाओगे, किसी भी निर्बल का मन दुखाओगे तो तेनों बददुआएं दूगा। और बददुआवां तुहाडे पतन का कारण ही बनणगियां। इसे वास्ते अपने शास्त्रां च यह उपदेश दिता जांदा है भी अगर तुसी सुखी रहना है तो किसी नूं दुख ना दो।
ਕਿਉਂਕਿ ਤੁਹਾਡਾ ਦਿੱਤਾ, ਤੁਸੀਂ ਦੁੱਖ ਦੋਗੇ, ਤੁਹਾਡਾ ਦਿੱਤਾ ਤੁਹਾਡੇ ਤੇ ਵਾਪਸ ਆ ਜਾਊਗਾ ਲੌਟ ਕੇ। ਠੀਕ ਹੈ ਤੁਹਾਡੇ ਕਰਮ ਦਾ ਕਰਮ ਫਲ ਬਣ ਕੇ ਤੁਹਾਡੇ ਤੇ ਵਾਪਸ ਟਿਕੂਗਾ। ਤੇ ਇਕੱਲੇ ਹਿਜੜਨ ਦਾ ਸਵਾਲ ਨਹੀਂ, ਅਤੇ ਹਰੇਕ ਨਿਰਬਲ ਔਰ ਦੁਖੀ ਵਿਅਕਤੀ ਦਾ ਸਵਾਲ ਹੈ। ਕੋਈ ਜ਼ਰੂਰਤਮੰਦ ਹੈ, ਤੁਸੀਂ ਜਾ ਰਹੇ ਹੋ, ਠੀਕ ਹੈ ਹੱਥ ਫੈਲਾਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਹਰ ਇੱਕ ਆਦਮੀ ਦੀ ਇੱਛਾ ਕਰਦੀ ਹੈ ਕਿ ਮੈਂ ਦੇਵਾਂ, ਮੈਂ ਕੁਛ ਦੇਵਾਂ ਕਿਸੇ ਨੂੰ, ਲੇਕਿਨ ਅਗਰ ਕੋਈ ਮੰਗ ਰਿਹਾ ਹੈ ਉਹਦੀ ਮਜਬੂਰੀ ਹੈ। ਠੀਕ ਹੈ ਮੈਂ ਵੇਖੇ ਲੋਕ ਜਿਹੜੇ ਫੂਡ ਨੂੰ ਡਸਟਬਿਨ 'ਚ ਸੁੱਟਣਾ ਪਸੰਦ ਕਰਦੇ ਹੈ, ਕਿਸੇ ਭੁੱਖੇ ਨੂੰ ਖਾਣਾ ਪਸੰਦ ਨਹੀਂ ਕਰਦੇ। ਇਹ ਵ੍ਰਿਤੀ ਹੀ ਗਲਤ ਹੈ। ਠੀਕ ਹੈ ਕੋਈ ਭੁੱਖਾ ਹੈ, ਭੁੱਖਾ ਹੀ ਹੈ, ਕੋਈ ਵਿਚਾਰੇ ਨੇ ਗੁਨਾਹ ਤਾਂ ਨਹੀਂ ਕੀਤਾ। ਗਰੀਬ ਤੁਹਾਡਾ ਹੀ ਬਣਾਇਆ ਹੋਇਆ ਹੈ, ਤੁਸੀਂ ਸ਼ੋਸ਼ਣ ਕੀਤਾ ਉਸਦਾ। ਅਜੇ ਤਾਂ ਪਰਮਾਤਮਾ ਨੇ ਤਾਂ ਕੋਈ ਗਰੀਬ ਨਹੀਂ ਬਣਾਇਆ। ਇਹ ਸਾਡੇ ਪੰਡਤਾਂ ਨੇ ਤੁਹਾਨੂੰ ਗੁੰਮਰਾਹ ਕੀਤਾ ਵੀ ਤੁਸੀਂ ਆਪਣੇ ਕਰਮਾਂ ਦੇ ਕਰਕੇ ਪਰਮਾਤਮਾ ਦੀ ਇੱਛਾ ਅਨੁਸਾਰ ਤੁਸੀਂ ਗਰੀਬ ਹੋ। ਬਕਵਾਸ। ਕੋਈ ਪਰਮਾਤਮਾ ਨਹੀਂ ਚਾਹੁੰਦਾ ਮੇਰਾ ਬੱਚਾ ਗਰੀਬ ਰਹੇ। ਤੁਸੀਂ ਚਾਹੋਗੇ ਤੁਹਾਡੇ 4 ਬੱਚਿਆਂ ਚੋਂ ਇੱਕ ਬੱਚਾ ਗਰੀਬ ਹੋ ਜਾਏ ਜਾਂ 3 ਬੱਚੇ ਗਰੀਬ ਹੋ ਜਾਣ, ਇੱਕ ਅਮੀਰ ਹੋ ਜਾਏ? ਚਾਹੋਗੇ? ਨਹੀਂ ਤੁਸੀਂ ਚਾਹੋਗੇ ਚਾਰੇ ਹੀ ਬਰਾਬਰ ਤੇ ਰਹਿਣ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਬੇਟਾ ਵਿਆਹ ਕਰਾ ਲੈ। ਮੇਰੇ ਪਿਤਾ ਜੀ ਕਿਉਂ? ਕਹਿੰਦੇ ਬੇਟਾ ਮੈਂ ਚਾਹੁੰਦਾ ਤੁਸੀਂ ਸਾਰੇ ਬਰਾਬਰ ਦੇ ਹੋ, 4 ਤਾਂ ਵਿਆਹ ਦੇ। ਠੀਕ ਹੈ ਪਿਤਾ ਜੀ ਵਿਆਹ ਨਾਲ ਕਿਵੇਂ ਬਰਾਬਰ ਦਾ ਹੋ ਜਾਊਂਗਾ ਮੈਂ? ਉਹ ਕਹਿੰਦੇ ਵੀ ਬੇਟਾ ਹਰ ਬਾਪ ਦੀ ਇੱਛਾ ਹੁੰਦੀ ਹੈ ਮੇਰੇ ਬੱਚੇ ਬਰਾਬਰ ਤੇ ਰਹਿਣ। ਕੋਈ ਸੁੱਖ ਦੁੱਖ ਰਾਤ ਨੂੰ ਤਕਲੀਫ ਹੋ ਜਾਂਦੀ ਹੈ, ਕਿਹਦਾ ਬਾਹਰ ਖੜਕਾਏਗਾ? ਭਰਾਵਾਂ ਦੇ ਕੰਮ ਨਹੀਂ ਆਉਂਦੇ ਹੁੰਦੇ, ਅਗਲਿਆਂ ਦੀ ਕਬੀਲਦਾਰੀਆਂ ਹੋ ਜਾਣਗੀਆਂ। ਮੈਨੂੰ ਉਦੋਂ ਨਾ ਸਮਝਾਈ, ਬਾਅਦ ਵਿੱਚ ਸਮਝਾਈ ਸਾਡੇ ਪਿਤਾ ਜੀ ਕੀ ਕਹਿ ਰਹੇ ਸੀ। ਕਿ ਆਖਿਰ ਤਾਂ ਅਨੁਭਵ ਕੰਮ ਕਰਦਾ ਹੈ। ਮੇਰਾ ਬੱਚਾ ਹੈ, ਮੇਰੇ ਤੋਂ 42 ਸਾਲ ਛੋਟਾ ਹੈ। 42 ਸਾਲ ਦਾ ਅਨੁਭਵ ਮੇਰੇ ਕੋਲ ਫालतू है। 42 साल छोटा है तो मेरे जिन्ना अनुभव क्यों रखूगा? मेरे को तो बहुत जन्म का अनुभव भी नाल है। चलो जे इस जन्म दे भाव लिए तो फिर भी उस तो भी 42 साल तक घट ही है। ठीक है उन्होंने कहने का मतलब सिर्फ यही सी भी कमजोर, लाचार, निर्बल, दुखी, ऑलरेडी दुखी, छाया तो हीन, छत्रहीन व्यक्ति ਉਹਦਾ ਸ਼ੋਸ਼ਣ ਨਾ ਕਰੋ। ਦੁਖੀ ਨੂੰ ਦੁਖੀ ਨਾ ਕਰੋ। ਵਸਤੂਤਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਦੁਖੀ ਕੌਣ ਹੈ, ਕਿਉਂਕਿ ਅੱਜ ਕੱਲ ਹਰ ਇੱਕ ਦੁਖੀ ਵਿਅਕਤੀ ਹੈ ਔਰ ਹਰ ਇੱਕ ਬੰਦਾ ਆਪਣੇ ਮੂੰਹ ਤੇ ਮੁਸਕਰਾਹਟ ਲੈ ਕੇ ਚੱਲਦਾ ਹੈ। ਉਹ ਦੱਸਦਾ ਹੀ ਨਹੀਂ ਪਿਆ ਤੁਹਾਨੂੰ ਮੈਂ ਦੁਖੀ ਹਾਂ। ਉਹਦੀ ਮੁਸਕਰਾਹਟ ਉਹਦੇ ਦੁੱਖਾਂ ਨੂੰ ਛੁਪਾ ਰਹੀ ਹੈ। ਨਕਲੀ ਆਦਮੀ ਤੁਰ ਫਿਰ ਰਿਹਾ ਬਾਜ਼ਾਰਾਂ 'ਚ। ਕੋਈ ਵਿਅਕਤੀ ਆਪਣੀ ਅਸਲੀਅਤ ਜ਼ਾਹਿਰ ਨਹੀਂ ਕਰ ਰਿਹਾ। ਕਿਉਂ? ਉਹਦਾ ਕਾਰਨ ਹੈ ਤੁਸੀਂ ਇਹ ਬਣਾਏ ਲੋਕ, ਤੁਸੀਂ ਪੈਦਾ ਕੀਤੇ। ਅਗਰ ਕਿਸੇ ਨੇ ਆਪਣਾ ਦੁੱਖ ਜ਼ਾਹਿਰ ਕੀਤਾ, ਤੁਸੀਂ ਉਹਦੀ ਸਹਾਇਤਾ ਨਹੀਂ ਕੀਤੀ, ਉਹਦਾ ਮਜ਼ਾਕ ਉਡਾਇਆ। ਠੀਕ ਹੈ ਜੀ, ਠੀਕ ਹੈ। ਜਦੋਂ ਮਜ਼ਾਕ ਉੱਡੂਗਾ ਕਿਸੇ ਆਦਮੀ ਦਾ, ਫਿਰ ਉਹ ਤੁਹਾਨੂੰ ਆਪਣਾ ਦੁੱਖ ਇੱਕ ਵਾਰੀ ਦੱਸੂਗਾ, 100 ਵਾਰੀ ਦੱਸੂਗਾ, ਦੱਸਣਾ ਬੰਦ ਕਰ ਦੂਗਾ। ਠੀਕ ਹੈ। ਉਹ ਫਿਰ ਆਪਣੇ ਮੂੰਹ ਤੇ ਮੁਸਕਰਾਹਟ ਲਈ ਫਿਰਦੇ ਆ। ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਆਦਮੀ ਦੁਖੀ ਹੈ। ਜਦ ਤੱਕ ਇਹ ਰੋ ਹੀ ਨਹੀਂ ਪੈਂਦਾ ਅੰਦਰ ਖਾਤੇ ਆ ਕੇ ਤੁਹਾਡੇ ਕੋਲੇ ਵੀ ਮੈਂ ਤਾਂ ਇਹ ਦੁਖੀ ਹਾਂ। ਮੇਰੇ ਕੋਲ ਲੋਕ ਆਉਂਦੇ ਹੈ, ਐਸੀ ਵਿਅਥਾ ਦੱਸਦੇ ਹੈ ਜਿਹੜੀ ਉਹਨਾਂ ਦੇ ਚਿਹਰੇ ਤੇ ਤਾਂ ਨਹੀਂ ਪ੍ਰਤੀਤੀ ਹੁੰਦੀ, ਲੇਕਿਨ ਵਿਅਥਿਤ ਤਾਂ ਹੁੰਦੇ ਆ ਲੋਕ।
ठीक है जी। मेरे ਤੋਂ ਬਿਹਤਰ ਕੌਣ ਜਾਣਦਾ ਹੈ ਵੀ ਸਮਾਧੀ ਤੋਂ ਪਹਿਲਾਂ ਹਰ ਇੱਕ ਵਿਅਕਤੀ ਹੀ ਵਿਅਥਿਤ ਹੋਊਗਾ। ਉਹਨੂੰ ਚਾਹੇ ਤੁਸੀਂ PM ਦੀ ਕੁਰਸੀ ਤੇ ਬਿਠਾ ਦਿਓ, ਚਾਹੇ ਤੁਸੀਂ ਉਹਨੂੰ ਅਮਰੀਕਾ ਦੀ ਕੁਰਸੀ ਤੇ, ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬਿਠਾਓ, ਕਿੱਡੀ ਵੱਡੀ ਕੁਰਸੀ ਤੇ ਬਿਠਾ ਦਿਓ, ਕਿੱਡਾ ਹੀ ਧਨ ਦੇ ਦਿਓ, ਕਿੱਡੀ ਪਦਵੀ ਦੇ ਦਿਓ, ਕੁਛ ਹੀ ਦੇ ਦਿਓ ਉਸਨੂੰ, ਉਹ ਵਿਅਥਿਤ ਹੀ ਰਹੂਗਾ। ਉਹ ਸੁਖੀ ਨਹੀਂ ਹੋ ਸਕਦਾ ਜਿਸ ਨੂੰ ਤੁਸੀਂ ਸੱਚਾ ਸੁੱਖ ਕਹਿੰਦੇ ਹੋ। ठीक है ਸੱਚਾ ਸੁੱਖ ਜਿਵੇਂ ਮਿਲੂਗਾ ਉਹ ਤੁਹਾਨੂੰ ਤੁਹਾਡੇ ਕੋਲੋਂ ਹੀ ਮਿਲੂਗਾ ਤੇ ਤੁਹਾਨੂੰ ਆਪਣੇ ਅੰਦਰ ਜਾਣਾ ਪਊਗਾ ਉਹਦੇ ਵਾਸਤੇ। ठीक है ਕੋਈ ਚੀਜ਼ ਤੁਹਾਡੀ ਸਹਾਇਤਾ ਨਹੀਂ ਕਰ ਸਕਦੀ, ਕੋਈ ਖੁਰਾਕ, ਕੋਈ ਖਾਣਾ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਵੀ ਭੰਗ ਖਾ ਲਓਗੇ ਤਾਂ ਤੁਸੀਂ ਅੰਦਰ ਪਹੁੰਚ ਜਾਓਗੇ, ਜਾਂ ਫੀਮ ਖਾ ਲਓਗੇ ਤਾਂ ਤੁਸੀਂ, ਸ਼ਰਾਬ ਪੀ ਲਓਗੇ ਤਾਂ ਤੁਸੀਂ। ਇਹ ਵਿਅਰਥ ਦੀਆਂ ਗੱਲਾਂ ਹੁੰਦੀਆਂ। ठीक है ਉਸੇ ਗੱਲ ਤੇ ਮੈਂ ਲੈ ਕੇ ਆਣਾ, ਤੁਸੀਂ ਹੋ ਹੀ ਪ੍ਰਮਾਤਮਾ। ਕੋਈ ਜ਼ਰੂਰੀ ਸ਼ਰਾਬ ਪੀ ਕੇ ਪ੍ਰਮਾਤਮਾ ਹੋਵੋਗੇ ਤੁਸੀਂ? ਇਹ ਸ਼ਰਾਬ ਪੀ ਕੇ ਪਤਾ ਲੱਗੂਗਾ ਤੁਹਾਨੂੰ ਵੀ ਤੁਸੀਂ ਪ੍ਰਮਾਤਮਾ ਹੋ? ਨਹੀਂ। ਇੱਕ ਸੁਮਰਨ ਸ਼ਬਦ ਜਿਹੜਾ, ਸੁਮਰਨ ਸ਼ਬਦ, ਇਸ ਨੂੰ ਵਿਗਾੜਤਾ ਗਿਆ। ਇਹ ਸ਼ਬਦ ਸੀ ਸਮਰਨ, ਯਾਦ ਕਰੋ, ਚੇਤੇ ਕਰੋ, ਰਿਮੈਂਬਰ ਹੂ ਆਰ ਯੂ, you yourself are God. ठीक है ਰਿਮੈਂਬਰ, ਸਮਰਨ ਕਰੋ। ਸਮਰਨ ਸ਼ਬਦ ਨੂੰ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੰਤਰ ਦਿੱਤੇ ਤੁਹਾਨੂੰ ਵਿਗਾੜਤਾ ਸੁਮਰਨ ਕਹਿ ਕੇ। ਔਰ ਜਿਹੜੇ ਸੰਤ ਪੁਰਸ਼ਾਂ ਨੇ ਸੁਮਰਨ ਸ਼ਬਦ ਵਰਤਿਆ ਉਸ ਦਾ ਅਰਥ ਉਹਨਾਂ ਨੇ ਗਲਤ ਕੱਢਿਆ। ਸੁਮਰਨ ਸ਼ਬਦ ਨੇ ਲੋਕਾਂ ਨੂੰ ਬੜਾ ਝਟਕਾ ਦਿੱਤਾ ਹੈ, ਬੜੀ ਮੂਰਖਤਾ ਪ੍ਰਦਾਨ ਕੀਤੀ ਹੈ। ਅਰਥ ਸਿਰਫ ਇੰਨਾ ਕਿ ਸੀ ਵੀ ਤੁਸੀਂ ਯਾਦ ਕਰੋ, ਜਸਟ ਰਿਮੈਂਬਰ ਤੁਸੀਂ ਹੋ ਕੌਣ। ਬਸ ਗੱਲ ਤਾਂ ਇੰਨੀ ਹੈ ਜੋ ਬੁੱਲੇ ਨੇ ਆਖਿਆ। ਇਹ ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪਟਣਾ ਉਧਰ ਜਾਣਾ, ਯਾਦ ਹੀ ਤਾਂ ਕਰਨਾ ਵੀ ਤੁਸੀਂ ਹੋ ਕੌਣ। हाँ जी हाँ ਮੈਂ ਉੱਥੇ ਫਿਰ ਆ ਗਿਆ। जी ਇਹ ਗੱਲ ਬਾਹਰ ਦੀ ਸੀ हाँ जी ਵੀ ਹਿੰਸਾ ਨਾ ਕਰੋ, हाँ जी ਪਰ ਮੂਰਖਤਾ ਪੂਰਵਕ ਅਹਿੰਸਾ ਵੀ ਨਾ ਕਰਨ ਦੀ ਕੋਸ਼ਿਸ਼ ਕਰੋ। ਉਲਝ ਜਾਓਗੇ ਤੁਸੀਂ, ਬਹੁਤ ਗਹਿਰੇ ਉਲਝ ਜਾਓਗੇ। ਪਾਣੀ ਨੂੰ ਛਾਣ ਕੇ ਪੀਓਗੇ, ਪੀ ਜਾਓ, ਲੇਕਿਨ ਯਾਦ ਰੱਖੋ ਇਹਦੇ ਨਾਲ ਤੁਹਾਡਾ ਹੰਕਾਰ ਹੀ ਪ੍ਰਬਲ ਹੋਣਾ ਹੈ। ਤੁਸੀਂ ਕਹੋਗੇ ਮੈਂ ਤਾਂ 50 ਦਿਨ ਦਾ ਜਿਹੜਾ ਵਰਤ ਰੱਖ ਲਿਆ। ਰੱਖੋ, ਰੱਬ ਰੂਪ ਦੀ ਕਾਮਨਾ ਨਾ ਕਰ ਬੈਠੋ। ਤੁਹਾਡੇ ਵਰਤਾਂ ਨਾਲ, ਤੁਹਾਡੇ ਭੁੱਖੇ ਮਰਨ ਨਾਲ, ਤੁਹਾਡੇ ਅਨਸ਼ਨ ਕਰਨ ਨਾਲ ਰੱਬ ਮਿਲਣ ਦਾ ਕੋਈ ਸੰਬੰਧ ਨਹੀਂ। ਰੱਬ ਮਿਲਣ ਦਾ ਸੰਬੰਧ ਤਾਂ ਇਹੀ ਹੈ ਵੀ ਤੁਸੀਂ ਪਛਾਣੋ ਵੀ ਅਸੀਂ ਹੈ ਕੌਣ। ठीक है ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਸ ਇੱਥੇ ਆ ਕੇ ਗੱਲ ਮੁੱਕੂ। ਆਪਣੇ ਮਨ ਨੂੰ ਹੀ ਕਹਿੰਦਾ ਰਿਸ਼ੀ ਵੀ ਤੂੰ ਹੀ ਜੋਤ ਸਰੂਪ ਹੈ, ਤੂੰ ਹੀ ਪਰਮਾਤਮਾ ਹੈ। ਆਪਣੇ ਮੂਲ ਨੂੰ ਪਛਾਣ, ਆਪਣੇ ਅੰਦਰ ਉੱਤਰ, ਆਪਣੀ ਜੜ ਨੂੰ ਵੇਖ, ਜੜ ਚ ਕੌਣ ਹੈ। ठीक है जी ਪਰਮਾਤਮਾ ਹੀ ਮਿਲੂਗਾ ਤੁਹਾਨੂੰ। ਤੁਸੀਂ ਖੁਦ ਹੀ ਹੋ ਜਿਹਨੂੰ ਪਾਲੀ ਜਾਂਦੇ ਹੋ। ਉਹੀ ਮੈਂ ਕਿਹਾ ਸੀ ਕਿ ਕਸਤੂਰੀ ਕੁੰਡਲ ਵਸੇ, ਮ੍ਰਿਗ ਢੂੰਡੇ ਬਨ ਮਾਂ। ਹਿਰਨ ਦੇ ਕੁੰਡਲ ਦੇ ਵਿੱਚ ਹੀ ਕਸਤੂਰੀ ਹੁੰਦੀ ਹੈ। ਉਹ ਖੁਸ਼ਬੂ ਨੂੰ ਬਣ ਦੇ ਵਿੱਚ ਹੀ ਭਟਕਦਾ ਰਹਿੰਦਾ, ਪਾੜਦਾ। ਆਪ ਦੀ ਧੁੰਨੀ ਚ ਹੁੰਦੀ, ਉਹਦੇ ਨਾਭੀ ਚ ਹੁੰਦੀ। ਐਸੇ ਘਟ ਮੇ ਪੀਵੇ ਹੈ ਮੂਰਖ ਜਾਣੇ ਨਾ। ਇਹ ਜੀ ਤੁਹਾਡੇ ਅੰਦਰ ਜਿਹੜਾ ਹੈ ਪਰਮਾਤਮਾ ਹੈ। ਘਟ ਮੇ ਪੀਵ ਹੈ ਮੂਰਖ ਜਾਣੇ ਨਾ। ਜਿਹੜਾ ਮੂਰਖ ਵਿਅਕਤੀ ਹੈ ਉਹ ਨਹੀਂ ਜਾਣਦਾ, ਉਹ ਟੂਣੇ ਟੋਟਕਿਆਂ ਚ ਹੀ ਪਏ ਰਹਿੰਦਾ ਹੈ। ਸੋਮਵਾਰ ਦੇ ਵਰਤ ਰੱਖ ਲਓ, ਮੰਗਲਵਾਰ ਦੇ ਵਰਤ ਰੱਖ ਲਓ, ਸਾਰੇ ਵਾਰਾਂ ਦੇ ਵਰਤ ਰੱਖ ਲਓ। ਇਹ ਦੁਕਾਨਦਾਰੀਆਂ ਬਣਾ ਲੀਆਂ।
क्योंकि ना समझाने ना समझे ही क्रिएट करने। ठीक है। जो समझी है नहीं तो ना समझी करूंगे, है ही नहीं समझ उन्होंने को। ठीक है। सो ये ना पूछो कि ਅਸੀਂ ਕੱਲੇ ਖੇਜੜਾਂ ਨੂੰ ਹੀ ਦੁਖੀ ਨਾ ਕਰੀਏ। ਤੁਸੀਂ ਕਿਸੇ ਨੂੰ ਵੀ ਦੁਖੀ ਨਾ ਕਰੋ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਦੁਖੀ ਕੌਣ ਹੈ। ਮੁਸਕਰਾਹਟ ਲਈ ਫਿਰਦੇ ਚਿਹਰੇ ਅੰਦਰੋਂ ਪਰਮ ਦੁਖੀ ਹੈ। ठीक है। बस ਤੁਸੀਂ ਤਾਂ ਇੰਨਾ ਹੀ ਕਰੋ ਵੀ ਅਗਰ ਬਾਹਰ ਜਾਓ तो जिन्नी हो सके सेवा करो और स्मरण करके अपने आप ਨੂੰ चेते करो भी तुसी हो कौन। अगर तुसी ये दो काम कर लो, हाँ जी, मैं बाबा नानक ने यही गल कही सी हाँ जी, भी स्मरण करो भी तुसी हो कौन। ठीक है। वंड छको ਜਿਹੜਾ ਤੁਹਾਡੇ ਕੋਲ ਹੈ। ਬੰਦੇ ਤੋਂ ਇਲਾਵਾ ਕੋਈ ਪਸ਼ੂ, ਇਕੱਲਾ ਬੰਦਾ ਹੀ ਐਸਾ ਪਸ਼ੂ ਹੈ ਜਿਹੜਾ ਜੋੜਦਾ ਹੈ। ਤੁਸੀਂ ਕਿਸੇ ਜਾਨਵਰ ਅੱਗੇ, ਭੁੱਖੇ ਜਾਨਵਰ ਅੱਗੇ ਉਹਦਾ ਚਾਰਾ ਰੱਖ ਦੋ, ਖਾਣਾ ਰੱਖ ਦੋ, ਭੋਜਨ ਰੱਖ ਦੋ। ਗੌਰ ਨਾਲ ਸੁਣੋ ਮੇਰੀ ਗੱਲ। ठीक है। ਕੋਈ ਕੁੱਤਾ ਭੁੱਖਾ ਹੈ, ਕੋਈ ਗਾਂ ਭੁੱਖੀ ਹੈ, ਕੋਈ ਬੱਕਰੀ ਭੁੱਖੀ ਹੈ, ਕੋਈ ਵੀ ਜਾਨਵਰ ਭੁੱਖਾ ਹੈ, ਉਹਦੇ ਅੱਗੇ ਤੁਸੀਂ ਖਾਣਾ ਰੱਖ ਦੋ। ਉਹ ਉਦੋਂ ਤੱਕ ਖਾਣਾ ਖਾਊਗਾ ਜਦੋਂ ਤੱਕ ਇਹ ਰੱਜਦਾ ਨਹੀਂ। ठीक है। ਰੱਜਣ ਤੋਂ ਬਾਅਦ ਤੁਸੀਂ ਲੱਖ ਕੋਸ਼ਿਸ਼ ਕਰ ਲਓ, ਉਹ ਬੁਰਕੇ ਨਹੀਂ ਟਪਾਊਗਾ। ਟਪਾਊਗਾ नहीं जी, नहीं। ਇਕੱਲਾ ਬੰਦਾ ਹੀ ਹੈ। ਬੰਦੇ ਨਾਲੋਂ ਪਸ਼ੂ ਅੱਛਾ ਹੈ। ਉਹਦਾ ਢਿੱਡ ਭਰ ਗਿਆ ਤਾਂ ਉਹ ਚਲਾ ਗਿਆ। ਬੰਦੇ ਦਾ ਢਿੱਡ ਭਰ ਜਾਂਦਾ ਹੈ। ਭਰ ਕੀ ਜਾਂਦਾ ਹੈ। ਵੇਖੇ ਤੁਸੀਂ ਮੋਟੇ ਢਿੱਡ ਵਾਲੇ, हाँ जी, ਉਹ ਪੰਡਿਤ ਬ੍ਰਾਹਮਣ ਦੇਵ ਸਿੱਖ ਖੀਰਾਂ ਖਾ ਖਾ ਕੇ, ਸ਼ਰਾਧੀ हाँ जी, ਹਲਵਾ ਪੂੜੀ ਖਾ ਖਾ ਕੇ हाँ जी, ਢਿੱਡ ਬਹੁਤ ਅੱਗੇ ਆ ਗਿਆ ਸੀ। ਅੱਜ ਕੱਲ ਤਾਂ ਸਾਰੇ ਰਾਜਨੇਤਾਵਾਂ ਦਾ ਵੀ ਇਹੀ ਹਾਲ ਹੈ। ਕਰੀਬ ਕਰੀਬ ਵੇਖਿਆ ਜਾਵੇ ਤਾਂ ਕੁਛਾਂ ਨੂੰ ਛੱਡ ਕੇ हाँ जी, ਢਿੱਡ ਬਾਹਰ ਨਿਕਲੇ ਹੋਏ ਹੈ। ਬੇਟਾ ਬਈ नॉन फिगर्ड, कोई फिगर नहीं होना। ठीक है। ਉਹਦੀ ਘਰਵਾਲੀ ਉਹਦੇ ਨਾਲ ਜਾਂਦੀ, ਦੁਬਲੀ ਪਤਲੀ, ਉਹਦੇ ਨਾਲ ਤੁਰਦੀ। ਤੇ ਬੱਚਾ ਸੀ ਛੋਟਾ, ਉਹਨੂੰ ਰੋਜ਼ ਵੇਖਦਾ। ਉਹ ਵੇਖਦਾ ਵੀ ਪੰਡਿਤ ਜੀ ਦਾ, ਅੰਕਲ ਜੀ ਦਾ ਢਿੱਡ ਬਹੁਤ ਵਧਿਆ ਹੈ। ਉਹਨੂੰ ਵਿਚਾਰੇ ਨੂੰ ਚੁੱਪ ਹੋ ਜਾਂਦਾ, ਬਸ ਵੇਖ ਲੈਂਦਾ। ਥੋੜੇ ਦਿਨਾਂ ਬਾਅਦ ਕੀ ਹੋਇਆ ਕਿ ਪੰਡਤਾਣੀ ਜਿਹੜੀ ਉਹ ਪ੍ਰੈਗਨੈਂਟ ਹੋ ਗਈ। ठीक है। ਹੌਲੀ ਹੌਲੀ ਕਰਕੇ ਉਹਦਾ ਪੇਟ ਵੀ ਉਨਾ ਹੀ ਹੋ ਗਿਆ। हाँ जी, ਹੋਣੀ ਸੀ, ਬੱਚਾ ਪੈਦਾ ਹੋਊਗਾ। ठीक है। ਉਹ ਕਹਿੰਦਾ ਮੰਮੀ, ਆਪਣੀ ਮੰਮੀ ਨੂੰ ਪੁੱਛ ਰਿਹਾ। हाँ जी, ਬੱਚਾ ਭੋਲਾ ਬੱਚਾ ਪੁੱਛ ਰਿਹਾ ਆਪਣੀ ਮੰਮੀ ਨੂੰ, ਮੰਮੀ ਆਂਟੀ ਨੂੰ ਕੀ ਹੋ ਗਿਆ? अच्छा जी, ਇਹਨੂੰ ਕੀ ਬਿਮਾਰ ਹੋ, ਕੀ ਬਿਮਾਰੀ ਲੱਗੀ ਉਹਨੂੰ? ਉਹ ਕਹਿੰਦੀ ਬੇਟਾ ਇਸ ਤੇ ਬੱਚਾ ਹੋਣ ਵਾਲਾ ਹੈ। ਉਹ ਕਹਿੰਦਾ ਮੰਮੀ ਅੰਕਲ ਤੇ ਆਂਟੀ ਦੋਵਾਂ ਦੇ ਵੀ ਹੋਣ ਵਾਲਾ ਹੈ। ठीक है। ਬਰਾਬਰ ਦੇ ਢਿੱਡ ਫੁੱਲੇ ਹੋਏ। ठीक है। ਹਰ ਇੱਕ ਤੇ ਹੀ ਇਹ ਅਪਲਾਈ ਕਰੋ। ਹਰ ਇੱਕ ਦੁਖੀ ਹੈ।
बाहर आऊं तो सेवा करो, सिमरन करो अंदर जाने वास्ते, स्मरण करो राम 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 नहीं करना। जेड़ा तुम नाम दिता गुरु ने वो नहीं जपना, कटु बोल रहे हैं, भड़कोगे, निश्चित ही भड़कोगे। कोई मंत्र नहीं उच्चारण करना जी? तुहानू तुहाडे कोल जाने वास्ते कोई मंत्र की आवश्यकता होगी? ना ना। फिर मंत्र क्यों दूं तुहानू मैं? ठीक है जी। कि अजे भी भटकना चाहते हो? लखां जन्मां तो भटकी जाने हो, अजे होर भटकना चाहते हो? नहीं नहीं कोई कठपुतली खड़ौना फड़ाइए तुहाडे हत्थ च, फिर ही टिकोगे। नहीं जी, ये मतलब ਜਿਹੜੇ ਮੰਤਰ ਉਚਾਰਨ ਕਰਦੇ ਜੀ, ਮਤਲਬ ਡੇਲੀ ਪਾਠ ਕਰਦੇ, ਉਹਨਾਂ ਦਾ ਮਤਲਬ ਕੋਈ ਉਹ ਨਹੀਂ ਜੀ ਕੰਸਰਨ ਰੱਬ ਨੂੰ ਮਿਲਣ ਦਾ? ਰੱਬ ਨਾਲ ਤਾਂ ਕੋਈ ਕੰਸਰਨ ਨਹੀਂ, ਰੱਬ ਦਾ ਮੰਤਰ ਨਾਲ ਕੀ ਸੰਬੰਧ ਹੈ? ਠੀਕ ਹੈ ਜੀ, ਠੀਕ ਹੈ। ਹਾਂ, ਜਿਹੜੇ ਵਿਵਸਾਇਕ ਵਿਅਕਤੀ ਹੈ, ਜਿਹੜੇ ਵਿਵਸਾਇਕ ਤੁਹਾਡੇ ਰਿਸ਼ੀ ਹੈ, ਜਿਹੜੇ ਤੁਹਾਡੇ ਵਿਵਸਾਇਕ ਸੰਤ ਹੈ, ਉਹ ਜ਼ਰੂਰ ਕਹਿਣਗੇ ਵੀ ਇਹ ਮੰਤਰ ਜਪੋ, ਤੁਹਾਨੂੰ ਰੱਬ ਦਾ ਮੰਤਰ ਨਾਲ ਕੋਈ ਸੰਬੰਧ ਨਹੀਂ, ਰੱਬ ਦਾ ਸਮਰਨ ਨਾਲ ਸੰਬੰਧ ਹੈ। ਤੁਸੀਂ ਯਾਦ ਕਰੋ, ਯਾਦ ਕਰੋ, ਇੱਕਦਮ ਤੋਂ ਤਾਂ ਨਹੀਂ ਮਿਲੇਗਾ, ਕਿਉਂਕਿ ਤੂੜ ਬਹੁਤ ਹੈ, ਹਟਾਣੀ ਪਊਗੀ। ਬੜੇ ਜਨਮਾਂ ਦੀ ਤੂੜ ਜੰਮੀ ਹੋਈ ਹੈ। ਤੁਸੀਂ ਸਰੀਰ ਹੋ, ਤੁਸੀਂ ਮਨ ਹੋ, ਤੁਸੀਂ ਸਰੀਰ ਹੋ, ਤੁਸੀਂ ਮਨ ਹੋ, ਸਮ੍ਰਿਤੀ ਬਾਰ 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 ਤੁਹਾਡੇ ਬੜੀਆਂ ਲੇਅਰਸ ਬਣੀਆਂ ਹੋਈਆਂ, ਉਹ ਸਾਰੀਆਂ ਲੇਅਰਸ ਹੌਲੀ ਹੌਲੀ ਤੁਹਾਨੂੰ ਹਟਾਉਣੀਆਂ ਪੈਣਗੀਆਂ। ਔਰ ਇੱਕ ਦਿਨ ਐਸੀ ਆਊਗੀ ਜਿਵੇਂ ਆਪਾਂ ਡਿਲੀਟ ਕਰਨ ਲੱਗ ਜਾਂਦੇ ਨਾ ਮੈਮਰੀਜ਼, ਹਾਂਜੀ ਹਾਂਜੀ, ਫੋਨ ਦੇ ਵਿੱਚ, ਹਾਂਜੀ, ਉਹ ਇੱਕ ਇੱਕ ਡਿਲੀਟ ਕਰਨੀ ਪਊਗੀ। ਫਿਰ ਇੱਕ ਟਾਈਮ ਆ ਜਾਊਗਾ ਉੱਥੇ ਲਿਖਿਆ ਹੁੰਦਾ ਨੋ ਮੈਮਰੀ। ਠੀਕ ਹੈ, ਬਸ ਜਿੱਥੇ ਨੋ ਮੈਮਰੀ, ਉਹ ਤੁਸੀਂ ਆ ਗਏ, ਬਸ ਤੁਸੀਂ ਆਪ ਹੀ ਆ ਗਏ। ਠੀਕ ਹੈ ਜੀ। ਥੋੜਾ ਜਿਹਾ ਵਕਤ ਲੱਗੂਗਾ, ਇੱਕਦਮ ਤੋਂ ਤਾਂ ਜਿੰਨਾ ਬੁੱਲੇ ਕਹੀ ਜਾਂਦਾ ਹੈ ਤਾਂ ਉਨਾ ਹੀ ਆਸਾਨ, ਪਰ ਤੁਸੀਂ ਰੋਗ ਹੀ ਬੜਾ ਭਿਆਨਕ ਕਰ ਰੱਖਿਆ, ਤੁਸੀਂ ਜੋੜ ਬਹੁਤ ਰੱਖਿਆ, ਕਾਲਿਕ ਬਹੁਤ ਜੋੜ ਰੱਖਿਆ। ਉਹ ਕਾਲਿਕ ਨੂੰ ਹੌਲੀ ਹੌਲੀ ਪੋਚਾ ਸਾਰਾ ਹਟਾਉਣਾ ਪਊਗਾ, ਤੁਹਾਨੂੰ डिलीट करना पड़ेगा। ठीक है, मैं शरीर है, मैं मन है, मैं शरीर है, मैं मन है, ये सारा डिलीट करना पड़ेगा। जिन्नी बार तुसी दोहराया है, ठीक है, वो सारा थोड़ी स्मृति च फीड हो गया। उधर थोड़ा अहंकार प्रबल तो प्रबल होंदा गया, थोड़ा बंधन तगड़े तो तगड़ा होंदा गया। हौली हौली तोड़ोगे उसनू स्मरण नाल कि नहीं? ठीक है, गुरु के शब्दों ते विश्वास करना होगा। तुसी कहोगे गुरु ने ही सानू शब्द दिता है कि तू जाप करे कर परमात्मा तक पहुंचेगा। बिल्कुल ठीक है, लेकिन उलझन छे गल की करिए? हाँ जी, साडा बस नहीं चलता इत्थे, असीं दसीए कि तुहानू? मैनू ये दसो, बाबे नानक ने तुहानू कोई मंत्र दिता है? किते जपजी साहब कोई मंत्र लिखा उन्होंने? नहीं नहीं। किसी संत पुरुष ने तुहानू मंत्र दिता है? सिद्ध एनलाइटेंड पर्सन ने किसी ने मंत्र दिता है तुहानू? रामकृष्ण परमहंस ने तुहानू कोई मंत्र दिता है? राम ने तुहानू कोई मंत्र दिता है? कृष्ण ने तुहानू कोई मंत्र दिता है? बुद्ध ने कोई दिता है? महावीर ने दिता है कोई? ठीक है। कबीर ने कोई मंत्र दिता है? नहीं नहीं। मंत्र किने दिता है? व्यवसायिक संत तथा कथित उन्हें मंत्र देता है, और गलत है उन्हें व्यवसाय वास्ते देता है। ठीक है जी। जो भी तुहानू मंत्र दिंदा है वो गलत है, उन्हें पता नहीं, बस वो इन्ना ही है भी वो खुद नहीं जानता, बस इन्ना ही है। ठीक है। वो आपके व्यवसाय नू पूरा कर रहा है, अपने बाल बच्चे पाल रहा है, उन्हें पाल लें दो। ठीक है। नाम जपो, नाम जपो का अर्थ कोई शब्द जपो नहीं, वो निशब्द है, शब्दातीत है। वो अखरां तो वखर है, वो
ਅੱਖਰਾਂ ਵਿੱਚ ਨਹੀਂ ਆਉਂਦਾ ਉਹ। ਤੁਸੀਂ ਅੱਖਰਾਂ ਦਾ ਨਾਮ ਨਾ ਜਪੋ, ਚਾਹੇ ਕੋਈ ਵੀ ਨਾਮ ਹੈ। ਠੀਕ ਹੈ। ਨਾਮ ਜਪੋ, ਇਹ ਕਹਿਣਾ ਤਾਂ ਇਹੀ ਪਊਗਾ। ਹੁਣ ਕੀ ਕਰੀਏ, ਮਜਬੂਰੀ ਹੈ। ਕੋਈ ਮੌਨ ਦੀ ਭਾਸ਼ਾ ਵੀ ਤਾਂ ਹੈ ਨਹੀਂ ਜਿਹੜੀ ਸਮਝਾ ਦਈਏ ਤੁਹਾਨੂੰ। ਬੋਲ ਕੇ ਹੀ ਤਾਂ ਸਮਝਾਉਣਾ ਪਊਗਾ। ਚਾਹੇ ਮੌਨ ਰਹਿਣਾ, ਤੈਨੂੰ ਇਹ ਵੀ ਕਹਿ ਦਈਏ ਚੁੱਪ ਹੋ ਜਾਓ, ਤਾਂ ਵੀ ਕਹਿ ਕੇ ਕਹਿਣਾ ਪਊਗਾ ਚੁੱਪ ਹੋ ਜਾਓ। ਮਜਬੂਰੀ ਹੈ ਸਾਡੀ। ਠੀਕ ਹੈ। ਨਾਮ ਜਪੋ, ਕਿਰਤ ਕਰੋ, ਆਪਣਾ ਕਰਮ ਕਰਦੇ ਰਹੋ। ਕਿਉਂਕਿ ਅਗਰ ਤੁਸੀਂ ਕਰਮ ਨਾ ਕੀਤਾ ਤਾਂ ਫਿਰ ਦੂਸਰੋਂ ਤੋਂ ਮੰਗੋਗੇ, ਦੂਸਰਾ ਦੇ ਬੋਝ ਬਣ ਜਾਓਗੇ। ਈਸ਼ਵਰ ਨੇ ਤੁਹਾਨੂੰ ਸਵਸਥ ਸਰੀਰ ਦਿੱਤਾ ਹੈ, ਤੁਸੀਂ ਕੰਮ ਕਰੋ। ਜੋੜਨ ਵਾਸਤੇ ਨਹੀਂ, ਆਪਣੀ ਆਵਸ਼ਕਤਾਵਾਂ ਨੂੰ ਪੂਰਤੀ ਕਰਨ ਵਾਸਤੇ। ਠੀਕ ਹੈ। ਮੈਂ ਕਹਿ ਰਿਹਾ ਸੀ ਵੀ ਕੋਈ ਵੀ ਪਸ਼ੂ ਜਦੋਂ ਢਿੱਡ ਭਰ ਜਾਂਦਾ, ਉਹਦੀ ਨੀਤ ਵੀ ਭਰ ਜਾਂਦੀ ਹੈ। ਕਦੇ ਉਹ ਲੈ ਕੇ ਜਾਂਦਾ ਨਾਲ ਆਪਣੇ ਵੀ ਚਲੋ ਸ਼ਾਮ ਜੋਗਾ ਲੈ ਜਾਈਏ? ਨਹੀਂ। ਪੋਟਲੀ ਚ ਬਣ ਕੇ ਲੈ ਕੇ ਜਾਂਦਾ ਹੈ? ਨਹੀਂ। ਇਕੱਲਾ ਬੰਦਾ ਹੀ ਹੈ ਜਿਹੜਾ ਕਿ ਜਮਾ ਕਰਦਾ, ਤਿਜੋਰੀ ਘਰ ਦੀ ਭਰ ਜਾਂਦੀ ਹੈ, ਫਿਰ ਬੈਂਕ ਖੋਲ ਰੱਖੇ, ਬੈਂਕ ਜਮਾ ਕਰਾਉਣ ਲੱਗ ਜਾਂਦਾ, ਫਿਰ ਖੁਸ਼ ਹੋਈ ਜਾਂਦਾ, ਫਿਰ ਉਹਦੀ ਰੱਖਿਆ ਕਰਦਾ। ਪਹਿਲਾਂ ਕਮਾਨ ਦੇ ਵਿੱਚ ਦੁਖੀ ਹੁੰਦਾ, ਫਿਰ ਉਸ ਨੂੰ ਰਕਸ਼ਾ ਕਰਨ ਦੇ ਵਿੱਚ, ਉਹਦੀ ਚੌਕੀਦਾਰੀ ਕਰਨ ਚ ਦੁਖੀ ਹੁੰਦਾ। ਉਹਦੇ ਪੱਲੇ ਦੁਖੀ ਹੈ। ਕੋਈ ਜਾਨਵਰ ਡਿਪਰੈਸ਼ਨ ਦਾ ਸ਼ਿਕਾਰ ਨਹੀਂ। ਕਿਉਂ? ਕਿਉਂਕਿ ਜੋੜਨ ਦੀ ਪ੍ਰਵਿਰਤੀ ਨਹੀਂ। ਇਹਨੂੰ ਇੱਕ ਮੂਲ ਸੂਤਰ ਦੇ ਰੂਪ ਚ ਲੈ ਜਾਓ। ਜੋੜਨ ਦੀ ਪ੍ਰਵਿਰਤੀ ਨੂੰ ਸਮਾਪਤ ਕਰ ਦਿਓ, ਤੁਹਾਡੀ ਟੈਨਸ਼ਨ ਖਤਮ ਹੋ ਜਾਊਗੀ। ਠੀਕ ਹੈ। ਜ਼ਰੂਰਤ ਜਿੰਨਾ ਹੀ ਤੁਸੀਂ ਆਪ ਦਾ ਕਮਾਓ। ਅੱਜ ਜ਼ਰੂਰਤਾਂ ਥੋੜੀਆਂ ਵੱਧ ਗਈਆਂ ਤੁਹਾਡੀਆਂ। ਜ਼ਰੂਰਤਾਂ ਵੱਧ ਗਈਆਂ, ਕੁਛ ਜੋੜਨਾ ਵੀ ਪੈਂਦਾ। ਚਲੋ ਲੜਕੀ ਦਾ ਵਿਆਹ ਕਰਨਾ, ਮੁੰਡੇ ਦਾ ਵਿਆਹ ਕਰਨਾ, ਜ਼ਰੂਰਤ ਪਊਗੀ। ਘਰ ਬਣਾਉਣੇ, ਬਣਾ ਲਓ, ਲੇਕਿਨ ਚਿੱਤਰਕਾਰੀ ਤੋਂ ਬਿਨਾਂ ਬਣਾ ਲਓ, ਕਿਰਪਾ ਹੋਊਗੀ। ਸਹੀ ਹੈ। ਧੁੱਪ ਤਪ ਤੋਂ ਬਚਣ ਵਾਸਤੇ ਬਣਾ ਲਓ। ਬਿਲਕੁਲ। ਆਪਣਾ ਜੀਵਨ ਦਾ ਤੇ ਨਾ ਲਾਓ। ਆਪਣਾ ਸਰਨ ਸਾਰਨ ਜੋਗਾ ਕੰਮ ਕਰੀ ਜਾਓ। ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਹ ਤੀਸਰਾ ਜਿਹੜਾ ਨਾ ਸਭ ਤੋਂ ਦੁਰਲਭ ਕੰਮ ਹੈ, ਦੂਬਰ ਕੰਮ ਹੈ। ਆ ਬਹੁਤ ਮੁਸ਼ਕਿਲ ਹੈ। ਵੰਡ ਕੇ ਕੋਈ ਛਕਣਾ ਹੀ ਨਹੀਂ ਚਾਹੁੰਦਾ, ਕੱਲਾ ਕੱਲਾ ਹੀ ਛਕਣਾ ਚਾਹੁੰਦਾ। ਸਹੀ ਗੱਲ ਹੈ। ਔਰ ਅਗਰ ਇਹ ਤੁਹਾਨੂੰ ਸਮਝ ਆ ਗਈ ਵੀ ਵੰਡ ਕੇ ਛਕੋ, ਤਾਂ ਸਾਰੀ ਸ੍ਰਿਸ਼ਟੀ ਤੁਹਾਡੀ ਮਿੱਤਰ ਹੋ ਜਾਊਗੀ। ਠੀਕ ਹੈ ਜੀ। ਤੁਸੀਂ ਸਾਰੀ ਸ੍ਰਿਸ਼ਟੀ ਦੇ ਮਿੱਤਰ ਹੋ ਜਾਓਗੇ। ਕਿਉਂਕਿ ਅਗਰ ਅੱਜ ਤੁਸੀਂ ਕਿਸੇ ਨਾਲ ਵੰਡ ਕੇ ਛਕਦੇ ਹੋ, ਤੇ ਕੱਲ ਨੂੰ ਦੂਸਰੇ ਪ੍ਰਾਣੀ ਵੀ ਤੁਹਾਡੇ ਨਾਲ ਵੰਡ ਕੇ ਛਕਣਗੇ। ਅਗਰ ਇਹ ਆਦਤ ਇੱਕ ਰੋਗ ਦੀ ਤਰ੍ਹਾਂ ਫੈਲ ਜਾਏ, ਠੀਕ ਹੈ, ਤਾਂ ਵਰਲਡ ਸੁਖੀ ਹੋ ਜਾਊਗਾ। ਅਮਰੀਕਾ ਕਿਉਂ ਸੁਖੀ ਹੈ? ਕਿਉਂਕਿ ਵੰਡ ਕੇ ਨਹੀਂ ਛਕਿਆ, ਜੋੜ ਲਿਆ। ਜਿਹੜੇ ਮੁਲਕਾਂ ਨੂੰ ਆਪਾਂ ਵਿਕਸਿਤ ਕਹਿੰਦੇ ਆ, ਉਹਨਾਂ ਨੇ ਵੰਡ ਕੇ ਨਹੀਂ ਛਕਿਆ। ਬਸ ਇਹ ਗੱਲ ਸਮਝ ਲਓ। ਹਾਂਜੀ, ਤਾਂ ਹੀ ਦੁਖੀ ਹੈ ਜੀ। ਤਾਂ ਹੀ ਆਪਣੇ ਆਪ ਨੂੰ ਪ੍ਰੋਸਪਰਸ ਹੈ। ਪ੍ਰੋਸਪਰਸ ਸ਼ਬਦ ਉੱਪਰੋਂ ਹੀ ਵਧੀਆ ਲੱਗਦਾ ਹੈ, ਅੰਦਰੋਂ ਤਾਂ ਉਹਨਾਂ ਦੁਖੀ ਕੋਈ ਹੈ ਹੀ ਨਹੀਂ। ਠੀਕ ਹੈ। ਜਿਹੜੇ ਵਿਅਕਤੀ ਅਮਰੀਕਾ ਚਲੇ ਜਾਂਦੇ ਆ, ਉਹ ਸਾਨੂੰ, ਸਾਡੇ ਵੀ ਹੈ, ਉਸ ਨੂੰ ਅਕਸਰ ਕਹਿੰਦੇ ਆ ਭਰਾ ਜੀ, ਇਹ ਉੱਥੇ ਜਾ ਕੇ ਖੂਨ ਚਿੱਟਾ ਕਿਉਂ ਹੋ ਜਾਂਦਾ? ਮੈਂ ਖੂਨ ਤਾਂ ਲਾਲ ਹੀ ਰਹਿੰਦਾ। ਹਾਂਜੀ, ਪਰ ਚਿੱਟਾ ਤੁਸੀਂ ਕਰ ਲੈਂਦੇ ਹੋ। ਤੁਸੀਂ ਕਹਿੰਦੇ ਉਹ ਨਾ ਅੱਗੇ ਨਿਕਲ ਜੇ, ਉਹ ਕਹਿੰਦਾ ਉਹ ਨਾ ਅੱਗੇ ਨਿਕਲ ਜੇ। ਤੁਸੀਂ ਦੌੜ ਚ ਹੀ ਪੈ ਜਾਂਦੇ ਹੋ, ਹੋਰ ਹੀ ਦੌੜ ਚ ਪੈ ਜਾਂਦੇ ਹੋ। ਤੁਹਾਨੂੰ ਭੇਜਿਆ ਕਿਸ ਵਾਸਤੇ ਸੀ ਰੱਬ ਨੇ ਇੱਥੇ? ਪ੍ਰਕਿਰਤੀ ਨੇ ਇੱਥੇ ਕਿਸ ਵਾਸਤੇ ਭੇਜਿਆ ਸੀ? ਆਪਣਾ ਮੂਲ ਪਛਾਣਨ ਵਾਸਤੇ।
ਠੀਕ ਹੈ ਜੀ ਬਿਲਕੁਲ। ਤੁਸੀਂ ਪੈ ਗਏ ਹੋਰ ਚੱਕਰਾਂ 'ਚ। ਹੁਣ ਆਪਾਂ ਵੇਖਦੇ ਹਾਂ ਫਲਾਣੇ ਕੋਲੇ ਇੰਨੇ ਬਿਲੀਅਨ ਡਾਲਰ ਹੈ, ਫਲਾਣੇ ਕੋਲੇ ਇੰਨੇ ਬਿਲੀਅਨ ਡਾਲਰ ਹੈ। ਬਸ ਤੁਹਾਡੀਆਂ ਨੀਂਦਾਂ ਉਸੇ ਤੇ ਡਿਪੈਂਡ ਕਰਦੀਆਂ। ਠੀਕ ਹੈ ਜੀ। ਇਹਦੇ ਨਾਲ ਸੁੱਖ ਨਹੀਂ ਮਿਲੂਗਾ। ਜੋੜ ਕੇ ਵੇਖ ਲਓ, ਬਿਲਕੁਲ ਜੋੜ ਕੇ ਵੇਖ ਲਓ, ਮਿਲਦਾ ਸੁੱਖ। ਔਰਤ ਨੂੰ ਭੋਗਣ ਤੋਂ ਬਾਅਦ ਸੁੱਖ ਮਿਲਦਾ ਹੈ। ਸੁੱਖ ਮਿਲਦਾ ਫਿਰ ਡਿੱਗ ਕਿਉਂ ਪੈਂਦੇ ਨੂੰ? ਕਿੰਨੀ ਦੇਰ ਤੱਕ ਕਰ ਸਕਦੇ ਹੋ ਉਹਦਾ ਸੰਗ ਤੁਸੀਂ? ਆਦਮੀ ਨੂੰ ਭੋਗਣ ਤੋਂ ਬਾਅਦ ਸੁੱਖ ਮਿਲਦਾ ਹੈ। ਬਹੁਤ ਇਸਤਰੀਆਂ ਤਾਂ ਮੈਨੂੰ ਇਹ ਆ ਕੇ ਅਨੁਭਵ ਦੱਸੀਆਂ ਵੀ ਸਾਨੂੰ ਗੱਲਾਂ ਨਹੀਂ ਹੁੰਦੀਆਂ। ਕਿਉਂ ਜੀ? ਪਤਾ ਨਹੀਂ, ਇਹ ਉਹਨਾਂ ਨੂੰ ਪਤਾ ਵੀ ਕਿਉਂ ਹੁੰਦੀ ਹੈ। ਸੰਭੋਗ ਤੋਂ ਬਾਅਦ ਗੱਲਾਂ ਨਹੀਂ ਹੁੰਦੀਆਂ, ਹੀਨਤਾ ਹੁੰਦੀ ਹੈ। ਸ਼ਾਇਦ ਉਹਨਾਂ ਤੋਂ ਜ਼ਬਰਦਸਤੀ ਇਹ ਕੰਮ ਕਰਾਇਆ ਜਾਂਦਾ ਹੈ, ਜਦੋਂ ਕਿ ਉਹ ਸੁਤੰਤਰ ਪ੍ਰਾਣੀ ਹੈ। ਆਦਮੀ ਦੇ ਵਸ਼ੀਭੂਤ ਹੋਣਾ ਪੈਂਦਾ ਉਹਨੂੰ। ਅੱਛਾ ਠੀਕ ਹੈ ਠੀਕ। ਇਹ ਅਲੱਗ ਦਾ ਵਿਸ਼ਾ ਹੈ, ਫਿਰ ਕਦੇ ਗੱਲ ਕਰੂੰਗਾ ਮੈਂ ਇਸ ਤੇ। ਹੁਣ ਤਾਂ ਫਿਲਹਾਲ ਮੈਂ ਇੱਥੇ ਹੀ ਤੇਰੀ ਗੱਲ ਦਾ ਜਵਾਬ ਦਿੱਤਾ ਵੀ ਇਕੱਲੇ ਹੀਜੜਾ ਨੂੰ ਦੁਖੀ ਜਿਹੜਾ ਕਰਨ ਨਾਲ ਸ਼ਰਾਪ ਨਹੀਂ ਮਿਲਦਾ ਹੁੰਦਾ। ਕਿਸੇ ਵੀ ਨਿਰਬਲ ਵਿਅਕਤੀ ਨੂੰ, ਵਿਅਕਤਿਤ ਵਿਅਕਤੀ ਨੂੰ, ਕਮਜ਼ੋਰ ਵਿਅਕਤੀ ਨੂੰ, ਅਸਹਾਏ ਵਿਅਕਤੀ ਨੂੰ ਦੁਖੀ ਕਰਨ ਨਾਲ ਸ਼ਰਾਪ ਮਿਲਦਾ ਹੈ। ਸ਼ਰਾਪ ਦਾ ਮਤਲਬ ਤੁਸੀਂ ਦੁਖੀ ਹੁੰਦੇ ਹੋ। ਠੀਕ ਹੈ ਜੀ। कर्म की सीधी जो फिलोसफी है, 4 वेद 6 शास्त्र में बात मिलत है 2। हाँ जी। सुख दीने सुख होता है, दुख दीने दुख हो। बस ऐसों तुसी बन लो 4 वेदां ते 6 शास्त्रां च आही गल है। Subscribe now and press the bell icon. Never miss an update. Subscribe now and press